ਸਾਧ ਸੰਗਤ ਜੀ, ਆਓ ਸਾਰੇ ਜਣੇ ਰਲ ਕੇ ਵਾਹਿਗੁਰੂ ਜੀ ਦੀ ਦਿੱਤੀ ਹੋਈ ਸਾਂਝ ਨੂੰ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਨੇ ਸਾਨੂੰ ਬਹੁਤ ਸਾਰੀਆਂ ਬਾਣੀਆਂ ਰਚ ਕੇ ਦਿੱਤੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਅਤੇ ਸੁਣਨ ਦੇ ਨਾਲ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਘਰ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ, ਸਮਰਿੱਧੀ ਆਉਂਦੀ ਹੈ, ਘਰ ਵਿੱਚ ਵਾਧਾ ਹੁੰਦਾ ਹੈ, ਦੁੱਖਾਂ ਕਲੇਸ਼ਾਂ ਦਾ ਨਾਸ਼ ਹੁੰਦਾ ਹੈ, ਸਾਰੇ ਹੀ ਕਾਰਜ ਰਾਸ ਹੁੰਦੇ ਹਨ, ਬੱਚੇ ਆਗਿਆਕਾਰੀ ਹੁੰਦੇ ਹਨ, ਦੇਹ ਅਰੋਗਤਾਵਾਂ ਮਿਲਦੀਆਂ ਹਨ। ਮਹਾਰਾਜ ਜੀ ਨੇ ਬਹੁਤ ਸਾਰੀ ਬਾਣੀਆਂ ਦੀ ਰਚਨਾ ਕੀਤੀ ਹੈ, ਜਿਸ ਨੂੰ ਪੜ੍ਹਨ ਦਾ ਕੁਝ ਸਮੇਂ ਵੀ ਨਿਸ਼ਚਿਤ ਕੀਤਾ ਹੈ। ਜਿਸ ਤਰ੍ਹਾਂ ਅਸੀਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਕਿਉਂਕਿ ਜਪਜੀ ਸਾਹਿਬ ਜੀ ਦੇ ਨਾਲ ਹੀ ਸਾਡੇ ਅੰਮ੍ਰਿਤ ਵੇਲੇ ਦਾ ਆਰੰਭ ਹੁੰਦਾ ਹੈ। ਸ਼ਾਮ ਦੇ ਟਾਈਮ ਸੂਰਜ ਛਿਪਣ ਤੋਂ ਬਾਅਦ ਰਹਿਰਾਸ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ ਅਤੇ ਰਾਤ ਨੂੰ ਸੌਣ ਦੇ ਟਾਈਮ ਕੀਰਤਨ ਸੋਲੇ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ। ਸੁਖਮਨੀ ਸਾਹਿਬ ਸੁੱਖਾਂ ਦਾ ਘਰ, ਦਿਨ ਰਾਤ ਜਿਸ ਵੀ ਮਰਜ਼ੀ ਟਾਈਮ ਪੜ੍ਹ ਲਓ, ਕਿਉਂਕਿ ਉਹ ਤਾਂ ਸੁੱਖਾਂ ਦਾ ਘਰ ਹੈ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਬਾਣੀਆਂ ਰਚੀਆਂ ਹੋਈਆਂ ਹਨ, ਜਿਸ ਨੂੰ ਪੜ੍ਹਨ ਦਾ ਕੁਝ ਨਿਸ਼ਚਿਤ ਟਾਈਮ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 10ਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਹੁਤ ਪਾਵਰਸ਼ਾਲੀ ਬਾਣੀ ਦਿੱਤੀ ਹੈ। ਉਹ ਬਾਣੀ ਬੀਰ ਰਸ ਵਾਲੀ ਬਾਣੀ ਹੈ, ਜਿਵੇਂ ਜਾਪ ਸਾਹਿਬ, ਚੌਪਈ ਸਾਹਿਬ, ਸਵਈਏ, ਚੰਡੀ ਦੀ ਵਾਰ। ਉਹਨਾਂ ਨੂੰ ਪੜ੍ਹਨ ਲਈ ਬਹੁਤ ਹੀ ਪਵਿੱਤਰਤਾ, ਸੁਚਨ ਦੀ ਜ਼ਰੂਰਤ ਹੈ, ਜਿਸ ਨੂੰ ਅਸੀਂ ਨਿਸ਼ਚਿਤ ਟਾਈਮ 'ਤੇ ਹੀ ਪੜ੍ਹ ਸਕਦੇ ਹਾਂ, ਕਿਉਂਕਿ ਉਸ ਬਾਣੀ ਦਾ ਪਾਵਰ ਹੀ ਇਤਨੀ ਹੈ ਤੇ ਉਸ ਦਾ ਨਿਸ਼ਚਿਤ ਟਾਈਮ ਦਾ ਹੋਣਾ ਤੇ ਸਮਝ ਆਉਣਾ ਬਹੁਤ ਜ਼ਰੂਰੀ ਹੈ। ਆਓ ਅਸੀਂ ਸਾਰੇ ਜਣੇ ਜਾਣੀਏ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਜਿਨ੍ਹਾਂ ਨੇ ਚੰਡੀ ਦੀ ਵਾਰ ਦੇ ਬਾਰੇ ਵਿੱਚ ਸਾਨੂੰ ਬਹੁਤ ਹੀ ਅਮੂਲ ਜਾਣਕਾਰੀ ਦਿੱਤੀ ਹੈ। ਉਹਨਾਂ ਨੂੰ ਜਾਣ ਕੇ ਅਸੀਂ ਆਪਣੇ ਜੀਵਨ ਵਿੱਚ ਢਾਲ ਕੇ ਬਹੁਤ ਹੀ ਸੁੱਖਾਂ ਦੀ ਪ੍ਰਾਪਤੀ ਕਰ ਸਕਦੇ ਹਾਂ, ਕਿਉਂਕਿ ਮਹਾਂਪੁਰਸ਼ਾਂ ਦੇ ਜੀਵਨ ਜਾਂਚ ਨੂੰ ਜਾਂਚ ਕੇ ਅਸੀਂ ਆਪਣੇ ਸੰਸਾਰਿਕ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਸਕਦੇ ਹਾਂ, ਕਿਉਂਕਿ ਉਹਨਾਂ ਨੇ ਸਾਧ ਸੰਗਤ ਦੇ ਮਾਰਗ ਦਰਸ਼ਨ ਲਈ ਬਹੁਤ ਸਾਰੇ ਕੌਤਕ ਖੇਡੇ ਹੁੰਦੇ ਹਨ, ਜਿਸ ਵਿੱਚ ਬਹੁਤ ਸਾਰੇ ਗੁਣਾਂ ਦਾ ਸੁਮੇਲ ਹੁੰਦਾ ਹੈ। ਉਹਨਾਂ ਦਾ ਬਹੁਤ ਹੀ ਵੱਡਾ ਉਪਦੇਸ਼ ਹੁੰਦਾ ਹੈ। ਇਸੇ ਤਰ੍ਹਾਂ ਹੀ ਬਾਬਾ ਜੀ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਚੰਡੀ ਦੀ ਵਾਰ ਦੇ ਪਾਠ ਨੂੰ ਕਿਸ ਵੇਲੇ ਕਰਨਾ ਚਾਹੀਦਾ ਹੈ, ਇਸ ਨੂੰ ਵਿਸਥਾਰ ਦੇ ਨਾਲ ਦੱਸਿਆ ਹੈ। ਕਈ ਜਗਿਆਸੂਆਂ ਦੇ ਮਨ ਵਿੱਚ ਆਉਂਦਾ ਹੈ ਕਿ ਅਸੀਂ ਵੀ ਇਹ ਬਾਣੀ ਪੜ੍ਹੀਏ। ਇਹ ਬਾਣੀ ਪੜ੍ਹਨ ਦਾ ਕੁਝ ਨਿਸ਼ਚਿਤ ਟਾਈਮ ਹੈ, ਕਿਉਂਕਿ ਇਹ ਬਾਣੀ ਬਹੁਤ ਹੀ ਵੀਰ ਰਸ ਵਾਲੀ ਹੈ। ਇਸ ਬਾਣੀ ਨੂੰ ਪੜ੍ਹ ਕੇ ਉਸ ਨੂੰ ਬਰਦਾਸ਼ਤ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਇਸੇ ਤਰ੍ਹਾਂ ਹੀ ਬਾਬਾ ਜੀ ਫਰਮਾਉਂਦੇ ਸਨ ਕਿ ਅਸੀਂ ਨਿਤਨੇਮ ਦੇ ਨਾਲ ਹਰ ਰੋਜ਼ ਚੰਡੀ ਦੇ ਵਾਰ ਦਾ ਪਾਠ ਵੀ ਕਰਿਆ ਕਰਦੇ ਸਨ, ਕਿਉਂਕਿ ਉਹਨਾਂ ਨੇ ਆਪਣੇ ਨਿਤਨੇਮ ਦੇ ਵਿੱਚ ਚੰਡੀ ਦੀ ਵਾਰ ਜੀ ਦੀ ਬਾਣੀ ਨੂੰ ਵੀ ਰੱਖਿਆ ਹੋਇਆ ਸੀ। ਕਈ ਵਾਰੀ ਮਨ ਵਿੱਚ ਵਿਚਾਰ ਆਉਣੀ ਕਿ ਚੰਡੀ ਦੀ ਵਾਰ ਦਾ ਪਾਠ ਕਦੋਂ ਅਤੇ ਕਿੰਨਾ ਕਰਨਾ ਚਾਹੀਦਾ ਹੈ। ਉਹਨਾਂ ਨੇ ਕਈ ਸਾਧੂਆਂ ਅਤੇ ਮਹਾਤਮਾਵਾਂ ਤੋਂ ਇਸ ਬਾਰੇ ਪੁੱਛਿਆ, ਪਰ ਉਹਨਾਂ ਨੇ ਵੀ ਕੋਈ ਤਸੱਲੀ ਬਖਸ਼ ਉੱਤਰ ਨਾ ਦਿੱਤਾ, ਕਿਉਂਕਿ ਉਹ ਦੇ ਹੀ ਨਹੀਂ ਸਕੇ। ਉਹਨਾਂ ਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਸੀ। ਕਿਉਂਕਿ ਇੱਕ ਦਿਨ ਬਾਬਾ ਜੀ ਖੇਤਾਂ ਵਿੱਚ ਆਪਣੇ ਕੋਠੇ ਵਿੱਚ ਸੀ। ਜਿਸ ਤਰ੍ਹਾਂ ਆਪਨੇ ਜਾਣਿਆ ਹੀ ਹੈ ਕਿ ਬਾਬਾ ਜੀ ਨੇ ਆਪਣੀ ਜ਼ਮੀਨ ਦੇ ਵਿੱਚ ਇੱਕ ਕੋਠਾ ਬਣਾਇਆ ਹੋਇਆ ਸੀ। ਜਿਸ ਵੇਲੇ ਬਾਬਾ ਜੀ ਨੇ ਇਕਾਂਤ ਭਜਨ ਕਰਨਾ ਹੁੰਦਾ ਸੀ ਤੇ ਬਾਬਾ ਜੀ ਉਸ ਕੋਠੇ ਵਿੱਚ ਚਲੇ ਜਾਂਦੇ ਸੀ। ਉਸ ਕੋਠੇ ਅੰਦਰ ਬੈਠੇ ਸਨ। ਸੋਹਦਾਰ ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਚੰਡੀ ਦੀ ਵਾਰ ਦਾ ਪਾਠ ਕੀਤਾ। ਫਿਰ ਸੋਲਾ ਸਾਹਿਬ ਪੜ੍ਹ ਕੇ ਸੌਣ ਦੀ ਤਿਆਰੀ ਹੀ ਕਰਨ ਲੱਗੇ ਸਨ ਕਿ ਬਾਬਾ ਜੀ ਨੇ ਦੇਖਿਆ ਕਿ ਬਾਹਰ ਬਹੁਤ ਸੋਹਣੀ ਚਾਨਣ ਦੀ ਚਾਨਣੀ ਹੈ ਤੇ ਬਾਬਾ ਜੀ ਨੇ ਬੂਹਾ ਖੁੱਲ੍ਹਾ ਹੀ ਰੱਖਿਆ ਹੋਇਆ ਸੀ। ਅਜੇ ਆਪ ਸੋਚ ਹੀ ਰਹੇ ਸਨ ਕਿ ਆਰਾਮ ਕਰ ਲਈਏ ਕਿ ਥੋੜ੍ਹਾ ਰੁਕ ਕੇ ਕਰੀਏ। ਫਿਰ ਬਾਬਾ ਜੀ ਸੋਚਦੇ ਸੋਚਦੇ ਲੇਟਣ ਹੀ ਲੱਗੇ ਸਨ ਕਿ ਕੁਝ ਦੂਰ ਤੋਂ ਦੋ ਬੰਦੇ ਬਾਬਾ ਜੀ ਨੂੰ ਆਪਣੇ ਵੱਲ ਆਉਂਦੇ ਦਿਖਾਈ ਦਿੱਤੇ। ਬਾਬਾ ਜੀ ਨੇ ਸੋਚਿਆ ਕਿ ਮਨ ਵਿੱਚ ਵਿਚਾਰ ਆਈ ਕਿ ਜੇ ਕੋਈ ਰਾਹੀ ਮੁਸਾਫਰ ਹੋਵੇਗਾ ਜਾਂ ਲੋੜ ਵਾਲਾ ਕੋਈ ਲੋੜਕੂ ਹੋਵੇਗਾ ਤੇ ਅਸੀਂ ਉਸ ਦੀ ਲੋੜ ਅਨੁਸਾਰ ਕੱਪੜਾ ਲੀਤਾ, ਆਰਾਮ ਕਰਨ ਲਈ ਜਗ੍ਹਾ ਦੇਵਾਂਗੇ, ਅਤੇ ਜੇ ਕੋਈ ਲੁੱਟਣ ਖੋਹਣ ਵਾਲਾ ਹੋਵੇਗਾ ਤਾਂ ਡਟ ਕੇ ਮੁਕਾਬਲਾ ਕਰ ਲਵਾਂਗੇ।
ਅਜੇ ਇੰਨੀ ਵਿਚਾਰ ਮਨ ਵਿੱਚ ਆਈ ਹੀ ਸੀ ਕਿ ਉਹਨਾਂ ਨੇ ਇੱਕਦਮ ਆ ਕੇ ਬਾਬਾ ਜੀ ਨੂੰ ਇੱਕ ਬੰਦੇ ਨੇ ਸਿਰ ਤੋਂ ਫੜ ਲਿਆ ਅਤੇ ਦੂਸਰੇ ਨੇ ਪੈਰਾਂ ਵੱਲੋਂ ਦਬੋਚ ਲਿਆ। ਮਨ ਹੀ ਮਨ ਵਿੱਚ ਮੈਂ ਵਿਚਾਰ ਕੀਤੀ ਕਿ ਇਹ ਨਾ ਤਾਂ ਕੋਈ ਰਾਹੀ ਮੁਸਾਫਰ ਹਨ ਅਤੇ ਨਾ ਹੀ ਕੋਈ ਲੁਟੇਰੇ ਜੋ ਇੰਨੀ ਛੇਤੀ ਮੈਨੂੰ ਆ ਦੱਬਿਆ ਹੈ। ਇਹ ਕੋਈ ਸਤਪੁਰਖ ਸ਼ਹੀਦ ਸਿੰਘ ਹਨ। ਮੈਂ ਮੂਲ ਮੰਤਰ ਦਾ ਜਾਪ ਆਰੰਭ ਕਰ ਦਿੱਤਾ। ਅਜੇ 2 ਪਾਠ ਹੀ ਕੀਤੇ ਸਨ ਕਿ ਸਿਰ ਵਾਲੇ ਪਾਸੇ ਤੋਂ ਜਿਸ ਨੇ ਦੱਬਿਆ ਹੋਇਆ ਸੀ ਉਸਨੇ ਛੱਡ ਦਿੱਤਾ ਅਤੇ ਕੁਝ ਮਿੰਟਾਂ ਬਾਅਦ ਹੀ, ਕੁਝ ਸਕਿੰਟਾਂ ਤੇ ਹੀ ਦੂਸਰੇ ਪੈਰਾਂ ਵੱਲੋਂ ਪਾਸੇ ਤੋਂ ਵੀ ਦੂਸਰੇ ਸਿੰਘ ਨੇ ਛੱਡ ਦਿੱਤਾ, ਕਿਉਂਕਿ ਜਿੱਥੇ ਕਿਤੇ ਕੋਈ ਵੀ ਬਾਹ ਨਾ ਚੱਲੇ ਉੱਥੇ ਮੂਲ ਮੰਤਰ ਕਰ ਲਓ, ਸਾਰਾ ਕੁਝ ਸਹੀ ਹੋ ਜਾਂਦਾ ਹੈ। ਮੈਂ ਉੱਠ ਕੇ ਬੈਠ ਗਿਆ। ਸਿੰਘ ਨੇ ਮੈਨੂੰ ਛੱਡਿਆ ਤੇ ਮੇਰੇ ਸਾਹਮਣੇ ਆਣ ਖਲੋਤੇ। ਕਹਿਣ ਲੱਗੇ ਕਿ ਅਸੀਂ ਤੈਨੂੰ ਦੱਬਣ ਨਹੀਂ ਆਏ ਸੀ, ਅਸੀਂ ਤਾਂ ਜੋ ਤੇਰੇ ਮਨ ਵਿੱਚ ਚੰਡੀ ਦੀ ਵਾਰ ਪ੍ਰਤੀ ਸ਼ੰਕਾ ਪੈਦਾ ਹੋਈ ਸੀ ਉਸ ਨੂੰ ਦੂਰ ਕਰਨ ਲਈ ਆਏ ਸੀ ਕਿ ਕਿਸ ਵੇਲੇ ਕਿੰਨਾ ਅਤੇ ਕਿਸ ਤਰ੍ਹਾਂ ਪਾਠ ਕਰਨਾ ਚਾਹੀਦਾ ਹੈ, ਉਸ ਦੀ ਵਿਧੀ ਦੱਸਣ ਆਏ ਸੀ। ਪਰ ਤੁਹਾਡੇ ਮਨ ਵਿੱਚ ਸਾਡੇ ਨਾਲ ਮੁਕਾਬਲਾ ਕਰਨ ਦੀ ਸੋਚ ਫੁਰੀ, ਜਿਸ ਕਰਕੇ ਤੁਹਾਨੂੰ ਅਸੀਂ ਦੱਬਿਆ ਸੀ। ਚੰਡੀ ਦੀ ਵਾਰ ਦਾ ਪਾਠ ਜੇ ਸੂਰਜ ਮਿਟੇ ਤੋਂ ਪਿੱਛੋਂ ਕਰਨਾ ਹੋਵੇ ਤਾਂ ਸਾਰੀ ਰਾਤ ਹੀ ਕਰੀ ਜਾਣਾ ਚਾਹੀਦਾ ਹੈ। ਇਸ ਨੂੰ ਬੰਦ ਨਹੀਂ ਹੋਣ ਦੇਣਾ ਚਾਹੀਦਾ। ਭਾਵੇਂ 2 ਜਾਂ 2 ਤੋਂ ਵੱਧ ਸਿੰਘ ਵਾਰੀ-ਵਾਰੀ ਰਲ ਕੇ ਪਾਠ ਕਰਨ। ਜੇ ਕੋਈ ਇਕੱਲਾ ਸਾਰੀ ਰਾਤ ਕਰ ਸਕਦਾ ਹੈ ਤਾਂ ਵੀ ਠੀਕ ਹੈ। ਜਿੱਥੇ ਪਾਠ ਕਰਨਾ ਹੋਵੇ ਉਹ ਜਗ੍ਹਾ ਸਵੱਛ ਵਸਤਰ ਵਿਛਾਇਆ ਹੋਣਾ ਚਾਹੀਦਾ ਹੈ। ਇਨਸਾਨ ਨੂੰ ਸ਼ੌਚ ਇਸ਼ਨਾਨ ਕਰਕੇ ਉਪਰੰਤ ਬੈਠ ਕੇ ਪਾਠ ਕਰਨਾ ਚਾਹੀਦਾ ਹੈ। ਪਾਠ ਕਰਨ ਲੱਗਿਆਂ ਦੇਸੀ ਘੀ ਦੀ ਜੋਤ ਜ਼ਰੂਰ ਲਾਉਣੀ ਚਾਹੀਦੀ ਹੈ। ਅਗਰ ਜੇ ਕੋਈ ਪਾਠ ਦਿਨੇ ਕਰਨਾ ਚਾਹੇ ਤਾਂ ਫਿਰ ਕੋਈ ਖਾਸ ਵਿਧੀ ਨਹੀਂ ਹੈ। ਚਾਹੇ ਕੋਈ 1 ਪਾਠ ਕਰੇ, ਭਾਵੇਂ 2 ਪਾਠ ਕਰੇ, ਪਾਠ ਪ੍ਰੇਮ ਨਾਲ ਕਰਨਾ ਚਾਹੀਦਾ ਹੈ। ਇੰਨੇ ਵਚਨ ਦੱਸ ਕੇ ਉਹ ਮਹਾਂਪੁਰਸ਼ ਬੂਹੇ ਤੋਂ ਬਾਹਰ ਹੋ ਗਏ ਅਤੇ ਥੋੜ੍ਹੀ ਦੂਰ ਹੀ ਜਾ ਕੇ ਅਲੋਪ ਹੋ ਗਏ। ਤੁਸੀਂ ਹੁਣ ਸੋਚੋ ਸਾਧ ਸੰਗਤ ਜੀ ਕਿ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਕਿੰਨੇ ਕਰਨੀ ਵਾਲੇ ਸਨ ਕਿ ਉਹਨਾਂ ਦੇ ਫੁਰਨੇ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਮਨ ਦੇ ਸ਼ੰਕਾ ਦੂਰ ਕਰਨ ਨੂੰ 2 ਸਿੰਘ ਸ਼ਹੀਦ ਉਹਨਾਂ ਦੇ ਕੋਲ ਭੇਜ ਦਿੱਤੇ ਕਿ ਹਰਨਾਮ ਸਿੰਘ ਨੂੰ ਮਨ ਵਿੱਚ ਵਿਚਾਰ ਪੈਦਾ ਹੋ ਰਿਹਾ ਹੈ, ਉਸ ਦੇ ਵਿਚਾਰ ਨੂੰ ਸਹੀ ਦਿਸ਼ਾ ਦੇ ਕੇ ਆਵੋ। ਇਹ ਹਨ ਗੁਰੂ ਸਾਧ ਸੰਗਤ ਜੀ, ਗੁਰੂ ਦਾ ਪਿਆਰ। ਇਸੇ ਕਰਕੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਜੀਵਨ ਵਿੱਚ ਬਹੁਤ ਇਹੋ ਜਿਹੀਆਂ ਯੁਕਤਾਂ ਹਨ ਜਿਸ ਨੂੰ ਅਸੀਂ ਸੁਣ ਕੇ ਸਮਝ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ। ਕਿਹੜੀ ਬਾਣੀ ਕਿਸ ਟਾਈਮ ਪੜ੍ਹਨੀ ਹੈ, ਇਸ ਬਾਰੇ ਸਾਨੂੰ ਜਾਣਕਾਰੀ ਹੋ ਸਕਦੀ ਹੈ, ਕਿਉਂਕਿ ਬਾਣੀ ਨੂੰ ਪੜ੍ਹਨ ਦਾ ਟਾਈਮ ਵੀ ਨਿਸ਼ਚਿਤ ਹੈ। ਕਿਉਂਕਿ ਜਪਜੀ ਸਾਹਿਬ ਨੂੰ ਅਸੀਂ ਰਾਤ ਦੇ ਟਾਈਮ ਨਹੀਂ ਪੜ੍ਹ ਸਕਦੇ। ਇਸੇ ਕਰਕੇ ਬਹੁਤ ਸਾਰੀਆਂ ਬਾਣੀਆਂ ਹਨ ਜਿਨ੍ਹਾਂ ਦਾ ਨਿਸ਼ਚਿਤ ਟਾਈਮ ਹੈ, ਉਹਨਾਂ ਦਾ ਨਿਸ਼ਚਿਤ ਟਾਈਮ 'ਤੇ ਹੀ ਜਾਪ ਕੀਤਾ ਜਾਂਦਾ ਹੈ। ਇਸੇ ਕਰਕੇ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਮੇਰੇ ਚੈਨਲ ਨਾਲ ਜ਼ਰੂਰ ਜੁੜੋ। ਇਹ ਅਨਮੋਲ ਸਾਧ ਸੰਗਤ ਜੀ ਬਚਨ ਸੁਣਨ ਲਈ ਸੰਗਤਾਂ ਦੇ ਸਹਿਯੋਗ ਨਾਲ ਹੀ ਮੈਂ ਆਪ ਜੀ ਨੂੰ ਸੁੰਦਰ ਬਚਨ ਮਹਾਂਪੁਰਖਾਂ ਦੇ ਦੱਸ ਸਕਦੀ ਹਾਂ, ਸੁਣਾ ਸਕਦੀ ਹਾਂ। ਇਸ ਕਰਕੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ ਤੇ ਸ਼ੇਅਰ ਕਰੋ। ਆਪ ਜੀ ਦਾ ਸਾਰਿਆਂ ਦਾ ਵਾਹਿਗੁਰੂ ਜੀ ਬਹੁਤ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।